Good morning, students. Now we will start our next topic, topic number 3rd. ਇਸ ਤੋਂ ਪਹਿਲਾਂ ਆਪਾਂ ਕਰ ਚੁੱਕੇ ਹਾਂ ਫੰਕਸ਼ਨਸ ਆਫ ਮਨੀ। ਆਪਾਂ ਪੜ੍ਹ ਚੁੱਕੇ ਹਾਂ ਕਿ ਮਨੀ ਦੇ ਮੇਨਲੀ 3 ਫੰਕਸ਼ਨਸ ਹੁੰਦੇ ਆ ਜਿਨ੍ਹਾਂ ਨੂੰ ਪ੍ਰਾਇਮਰੀ, ਸੈਕੰਡਰੀ ਅਤੇ ਕੰਟਿੰਜੈਂਟ ਫੰਕਸ਼ਨਸ ਦੇ ਵਿੱਚ ਡਿਵਾਈਡ ਕੀਤਾ ਗਿਆ। ਅੱਜ ਜੋ ਆਪਾਂ ਫੰਕਸ਼ਨ ਪੜ੍ਹਨੇ ਆ ਉਹ ਹੈਗੇ ਆ ਸਟੈਟਿਕ ਐਂਡ ਡਾਇਨਾਮਿਕ ਫੰਕਸ਼ਨਸ। ਠੀਕ ਹੈ, ਕਹਿੰਦੇ ਫੰਕਸ਼ਨਸ ਆਫ ਮਨੀ ਕੈਨ ਬੀ ਬ੍ਰੌਡਲੀ ਕਲਾਸੀਫਾਈਡ ਐਜ਼ ਫੋਲੋ। ਕਹਿੰਦੇ ਐਜ਼ ਅ ਹੋਲ ਇਕੋਨਮੀ ਦੇਖੀਏ, ਐਜ਼ ਅ ਹੋਲ ਦੇਖੀਏ। ਠੀਕ ਹੈ, ਮਨੀ ਦੇ ਮੇਨ 2 ਕੰਮ ਆ ਜਿਹਨੂੰ ਕਿ ਸਟੈਟਿਕ ਫੰਕਸ਼ਨਸ ਤੇ ਡਾਇਨਾਮਿਕ ਫੰਕਸ਼ਨਸ ਦੇ ਵਿੱਚ ਵੰਡਿਆ ਗਿਆ। ਸਟੈਟਿਕ ਫੰਕਸ਼ਨ ਨੂੰ ਗਤੀਹੀਨ ਫੰਕਸ਼ਨ ਤੇ ਡਾਇਨਾਮਿਕ ਫੰਕਸ਼ਨ ਨੂੰ ਗਤੀਸ਼ੀਲ ਫੰਕਸ਼ਨ ਕਿਹਾ ਜਾਂਦਾ। ਸਭ ਤੋਂ ਪਹਿਲਾਂ ਆਪਾਂ ਮੀਨਿੰਗ ਦੇਖਾਂਗੇ ਕਿ ਸਟੈਟਿਕ ਫੰਕਸ਼ਨ ਕਿਹੜੇ ਹੁੰਦੇ ਆ ਜਿਨ੍ਹਾਂ ਨੂੰ ਗਤੀਹੀਨ ਫੰਕਸ਼ਨਸ ਕਿਹਾ ਜਾਂਦਾ। ਦੇਖੋ, ਕਹਿੰਦੇ ਜੇ ਆਪਾਂ ਜਨਰਲ ਵਰਡਸ ਦੇ ਵਿੱਚ ਬੋਲਦੇ ਆ ਕਿ ਸਟੈਟਿਕ ਫੰਕਸ਼ਨ ਉਹ ਫੰਕਸ਼ਨਸ ਹੁੰਦੇ ਆ ਜਿਨ੍ਹਾਂ ਨਾਲ ਕੋਈ ਵੀ ਅਰਥ ਵਿਵਸਥਾ, ਕੋਈ ਵੀ ਇਕੋਨਮੀ ਆ ਠੀਕ ਤਰੀਕੇ ਦੇ ਨਾਲ ਕੰਮ ਕਰਦੀ ਆ। ਠੀਕ ਹੈ, ਕਹਿੰਦੇ ਇਹਨਾਂ ਫੰਕਸ਼ਨਸ ਤੋਂ ਬਿਨਾ, ਸਟੈਟਿਕ ਫੰਕਸ਼ਨਸ ਤੋਂ ਬਿਨਾ ਜਿਹੜੀ ਇਕੋਨਮੀ ਆ ਠੀਕ ਢੰਗ ਦੇ ਨਾਲ ਕੰਮ ਨਹੀਂ ਕਰ ਸਕਦੀ। ਤਾਂ ਕਰਕੇ ਇਹਨਾਂ ਨੂੰ ਗਤੀਹੀਨ ਫੰਕਸ਼ਨਸ ਬੋਲਿਆ ਜਾਂਦਾ, ਕਿਉਂਕਿ ਕੋਈ ਵੀ ਇਕੋਨਮੀ ਆ ਸਟੈਟਿਕ ਫੰਕਸ਼ਨਸ ਤੋਂ ਬਿਨਾ ਗਰੋਥ ਨਹੀਂ ਕਰ ਸਕਦੀ, ਆਪਦੀ ਡਿਵੈਲਪਮੈਂਟ ਨਹੀਂ ਕਰ ਸਕਦੀ। ਠੀਕ ਹੈ, ਉਹ ਸਮੂਥ ਵੇ ਦੇ ਨਾਲ ਚੱਲ ਨਹੀਂ ਸਕਦੀ। ਦੇਖੋ, ਕਹਿੰਦੇ ਦਾ ਸਟੈਟਿਕ ਫੰਕਸ਼ਨਸ ਆਫ ਮਨੀ ਆਰ ਦੋਜ਼ ਫੰਕਸ਼ਨਸ ਵਿਚ ਹੈਲਪ ਇਨ ਸਮੂਥ ਵਰਕਿੰਗ ਆਫ ਦਾ ਇਕੋਨਮੀ। ਕਹਿੰਦੇ ਸਟੈਟਿਕ ਫੰਕਸ਼ਨ ਉਹ ਫੰਕਸ਼ਨ ਹੁੰਦੇ ਆ, ਠੀਕ ਹੈ, ਮਨੀ ਦੇ ਉਹ ਫੰਕਸ਼ਨ ਆ ਜਿਹੜੇ ਕਿ ਹੈਲਪ ਕਰਦੇ ਆ ਆਪਣੀ ਕਿਸੇ ਵੀ ਇਕੋਨਮੀ, ਕਿਸੇ ਵੀ ਅਰਥ ਵਿਵਸਥਾ ਦੀ ਸਮੂਥ ਵਰਕਿੰਗ ਵਿੱਚ, ਮਤਲਬ ਉਹ ਅਰਥ ਵਿਵਸਥਾ ਸਮੂਥ ਤਰੀਕੇ ਦੇ ਨਾਲ ਚੱਲਦੀ ਰਹੇ। ਥੀਜ਼ ਫੰਕਸ਼ਨਸ ਰੈਫਰਸ ਟੂ ਟ੍ਰੈਡੀਸ਼ਨਲ ਔਰ ਦਾ ਟੈਕਨੀਕਲ ਫੰਕਸ਼ਨਸ ਆਫ ਮਨੀ। ਠੀਕ ਹੈ, ਸਟੈਟਿਕ ਫੰਕਸ਼ਨਸ ਨੂੰ ਤੁਸੀਂ ਯਾਦ ਰੱਖਣਾ ਵੀ ਟ੍ਰੈਡੀਸ਼ਨਲ ਫੰਕਸ਼ਨ ਤੇ ਟੈਕਨੀਕਲ ਫੰਕਸ਼ਨਸ ਵੀ ਬੋਲਿਆ ਜਾਂਦਾ। ਹੁਣ ਆਪਾਂ ਦੇਖੀਏ ਕਿ ਸਟੈਟਿਕ ਫੰਕਸ਼ਨ ਦੇ ਵਿੱਚ ਕਿਹੜੇ ਕਿਹੜੇ ਮਨੀ ਦੇ ਫੰਕਸ਼ਨਸ ਆ ਜਾਂਦੇ ਆ। ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਮਨੀ ਦੇ ਪਹਿਲੇ 2 ਕੰਮ ਜੋ ਕਿ ਪ੍ਰਾਇਮਰੀ ਤੇ ਸੈਕੰਡਰੀ। ਠੀਕ ਹੈ, ਪ੍ਰਾਇਮਰੀ ਤੇ ਸੈਕੰਡਰੀ ਫੰਕਸ਼ਨਸ ਦੋਨਾਂ ਨੂੰ ਮਿਲਾ ਕੇ ਕੀ ਹੈ ਸਟੈਟਿਕ ਫੰਕਸ਼ਨਸ ਬਣ ਜਾਂਦੇ ਆ। ਦੇਖੋ, ਸਟੈਟਿਕ ਫੰਕਸ਼ਨ ਕਿਹੜੇ ਹੁੰਦੇ ਆ? ਮੀਡੀਅਮ ਆਫ ਐਕਸਚੇਂਜ, ਮੈਜ਼ਰ ਆਫ ਵੈਲਿਊ, ਸਟੈਂਡਰਡ ਆਫ ਡਿਫਰ ਪੇਮੈਂਟਸ ਔਰ ਸਟੋਰ ਆਫ ਦਾ ਵੈਲਿਊ। ਠੀਕ ਹੈ, ਇਹ ਕੀ ਹੈ ਪ੍ਰਾਇਮਰੀ ਪਲੱਸ ਸੈਕੰਡਰੀ ਫੰਕਸ਼ਨ ਆ ਜਿਨ੍ਹਾਂ ਨੂੰ ਸਟੈਟਿਕ ਫੰਕਸ਼ਨ ਬੋਲਿਆ ਜਾਂਦਾ। ਠੀਕ ਹੈ, ਕਹਿੰਦੇ ਇਹਨਾਂ ਫੰਕਸ਼ਨਸ ਤੋਂ ਬਿਨਾਂ ਆਪਾਂ ਨੂੰ ਪਤਾ ਵੀ ਮਨੀ ਦੇ ਕੰਮ ਆ ਐਕਸਚੇਂਜ ਕਰਨਾ, ਠੀਕ ਹੈ, ਮੁੱਲ ਦਾ ਭੰਡਾਰ ਕਰਨਾ ਜਾਂ ਫਿਰ ਡਿਫਰਡ ਪੇਮੈਂਟਸ ਕਰਨਾ। ਇਸ ਤੋਂ ਬਿਨਾਂ ਉਹਨੂੰ ਸਟੋਰ ਕਰਕੇ ਰੱਖਣਾ, ਟ੍ਰਾਂਸਫਰ ਪੇਮੈਂਟਸ ਆਪਾਂ ਕਹਿ ਦਿੰਦੇ ਹਾਂ। ਠੀਕ ਹੈ, ਕਹਿੰਦੇ ਇਹ ਵਾਲੇ ਉਹ ਫੰਕਸ਼ਨਸ ਆ ਜਿਹੜੇ ਕਿ ਇਕੋਨਮੀ ਨੂੰ ਸਮੂਥ ਤਰੀਕੇ ਦੇ ਨਾਲ ਚਲਾਉਂਦੇ ਆ। ਕਹਿੰਦੇ ਥੀਜ਼ ਆਰ all static functions because without these functions the economy cannot work। ਠੀਕ ਹੈ, ਕਹਿੰਦੇ ਇਹ ਉਹ ਫੰਕਸ਼ਨਸ ਆ ਜਿਹੜੇ ਪ੍ਰਾਇਮਰੀ ਤੇ ਸੈਕੰਡਰੀ ਦੇ ਵਿੱਚ ਵੰਡੇ ਗਏ ਆ ਜਿਨ੍ਹਾਂ ਨੂੰ ਮਿਲਾ ਕੇ ਸਟੈਟਿਕ ਫੰਕਸ਼ਨ ਬਣਦੇ ਆ, ਜਿਨ੍ਹਾਂ ਤੋਂ ਬਿਨਾ ਕੋਈ ਵੀ ਇਕੋਨਮੀ ਕੰਮ ਨਹੀਂ ਕਰ ਸਕਦੀ। ਠੀਕ ਹੈ, ਇਸ ਤੋਂ ਬਿਨਾ ਕੀ ਆ ਸਟੈਟਿਕ ਫੰਕਸ਼ਨ ਹੋਰ ਕੀ ਆ ਕਿ ਇਹਦੇ ਵਿੱਚ ਪ੍ਰਾਈਜ਼ ਮੈਕੈਨਿਜ਼ਮ ਆ ਜਾਂਦਾ। ਪ੍ਰਾਈਜ਼ ਮੈਕੈਨਿਜ਼ਮ ਕੀ ਹੁੰਦਾ? ਕਹਿੰਦੇ ਜਿਵੇਂ ਆਪਾਂ ਨੂੰ ਪਤਾ ਵੀ ਪੈਨ ਦੀ, ਕਿਸੇ ਆਮ ਪੈਨ ਦੀ ਕੀਮਤ 10 ਰੁਪਏ ਆ। ਠੀਕ ਹੈ, ਕੋਈ ਵੀ ਕਾਪੀ ਆ ਉਹਦੀ ਕੀਮਤ ਮੰਨ ਲਓ 50 ਰੁਪਏ ਹੈ। ਠੀਕ ਹੈ, ਹੁਣ ਇਹਨਾਂ ਨੂੰ ਕੀ ਆ ਜਿਹੜਾ ਪੈਨ ਆ ਉਹਨੂੰ 10 ਰੁਪਏ ਦੀ ਕੀਮਤ ਮਿਲੀ ਅਤੇ ਕਾਪੀ ਨੂੰ 50 ਰੁਪਏ ਦੀ। ਇਹ ਕਿਵੇਂ ਬਣਾਏਗੀ? ਇਹਨਾਂ ਨੂੰ ਬਣਾਇਆ ਜਾਂਦਾ ਹੈ ਡਿਮਾਂਡ ਤੇ ਸਪਲਾਈ ਦੀ ਮਦਦ ਦੇ ਨਾਲ। ਠੀਕ ਹੈ, ਕਿਸੇ ਵੀ ਕੋਈ ਵੀ ਪੈਨ ਆ ਉਹਦੀ ਡਿਮਾਂਡ ਮੰਨ ਲਓ ਡੀ ਇੰਨੀ ਆ, ਐਸ ਮਤਲਬ ਸਪਲਾਈ ਹੈ। ਜਿੱਥੇ ਇਹ ਦੋਨੇ ਕੱਟ ਜਾਂਦੇ ਆ ਉੱਥੇ ਕੀ ਹੈ ਇਹਦਾ ਪ੍ਰਾਈਜ਼ ਤੈਅ ਹੋ ਜਾਂਦਾ। ਠੀਕ ਹੈ, ਇਹ ਪ੍ਰਾਈਜ਼ ਕਿਹੜੀ ਫਾਰਮ ਦੇ ਵਿੱਚ ਕੀ ਆ ਮਤਲਬ ਮੈਜ਼ਰ ਕੀਤਾ ਜਾਂਦਾ, ਕਿਹੜੀ ਫਾਰਮ 'ਚ ਰਿਪਰੈਜ਼ੈਂਟ ਕੀਤਾ ਜਾਂਦਾ? ਪੈਸੇ ਦੀ ਫਾਰਮ 'ਚ, ਮਨੀ ਦੀ ਫਾਰਮ ਦੇ ਵਿੱਚ। ਠੀਕ ਹੈ, ਇਨ ਦਾ ਫਾਰਮ ਆਫ ਮਨੀ। ਸੋ ਪ੍ਰਾਈਜ਼ ਮੈਕੈਨਿਜ਼ਮ ਕਰਨਾ ਇਹਦਾ ਵੀ ਸਟੈਟਿਕ ਕੰਮ ਆ, ਇਹਦਾ ਮੁੱਖ ਕੰਮ ਆ। ਕਲੀਅਰ? ਇਸ ਤੋਂ ਅੱਗੇ ਦੇਖੋ ਡਾਇਨਾਮਿਕ ਫੰਕਸ਼ਨਸ ਕਿਹੜੇ ਹੁੰਦੇ ਆ। ਡਾਇਨਾਮਿਕ ਫੰਕਸ਼ਨਸ ਨੂੰ ਗਤੀਸ਼ੀਲ ਫੰਕਸ਼ਨਸ ਬੋਲਿਆ ਜਾਂਦਾ। ਕਹਿੰਦੇ ਇਹ ਪੈਸੇ ਦੇ ਉਹ ਕੰਮ ਹੁੰਦਾ ਜਿਹਦੇ ਨਾਲ ਕੋਈ ਵੀ ਅਰਥ ਵਿਵਸਥਾ, ਕੋਈ ਵੀ ਇਕੋਨਮੀ ਆ ਉਹਦੇ ਵਿੱਚ ਕੀ ਹੈ ਡਿਵੈਲਪਮੈਂਟ ਹੁੰਦੀ ਆ। ਠੀਕ ਹੈ, ਇਕਨੋਮਿਕ ਡਿਵੈਲਪਮੈਂਟ ਹੁੰਦੀ ਆ। ਉਹ ਕਿਹੜੀ ਕੋਈ ਵੀ ਇਕੋਨਮੀ ਆ ਉਹਨੂੰ ਵਧਣ ਫੁੱਲਣ ਦੇ ਵਿੱਚ ਮਦਦ ਮਿਲਦੀ ਹੈ। ਠੀਕ ਹੈ, ਉਹਨਾਂ ਨੂੰ ਡਾਇਨਾਮਿਕ ਫੰਕਸ਼ਨਸ ਬੋਲਿਆ ਜਾਂਦਾ। ਠੀਕ ਹੈ, ਦੇਖੋ ਥੀਜ਼ ਫੰਕਸ਼ਨਸ ਆਫ money directly and actively influence the economic activities of economy। ਠੀਕ ਹੈ, ਇਕਨੋਮਿਕ ਐਕਟੀਵਿਟੀਜ਼ ਤੁਹਾਨੂੰ ਪਤਾ, ਠੀਕ ਹੈ, ਕਿਹੜੀਆਂ ਹੁੰਦੀਆਂ ਜਿਨ੍ਹਾਂ ਨੂੰ ਆਰਥਿਕ ਕਿਰਿਆਵਾਂ ਬੋਲਿਆ ਜਾਂਦਾ, ਜਿਵੇਂ ਕਿ ਪ੍ਰੋਡਕਸ਼ਨ, ਡਿਸਟ੍ਰੀਬਿਊਸ਼ਨ, ਐਕਸਚੇਂਜ, ਠੀਕ ਹੈ, ਕੰਜ਼ੰਪਸ਼ਨ।
ਇਹ ਇਕਨੋਮਿਕ ਐਕਟੀਵਿਟੀਜ਼ ਹੁੰਦੀਆਂ। ਦੇਖੋ ਕਹਿੰਦੇ ਇਹ ਵਾਲੇ ਫੰਕਸ਼ਨ ਡਾਇਨਾਮਿਕ ਫੰਕਸ਼ਨਸ ਇਕਨੋਮਿਕ ਐਕਟੀਵਿਟੀਜ਼ ਨੂੰ ਇਨਫਲੂਐਂਸ ਕਰਦੀਆਂ, ਇਹਨਾਂ ਨੂੰ ਪ੍ਰਭਾਵਿਤ ਕਰਦੀਆਂ। ਦੇਖੋ ਕੀ ਆ ਪ੍ਰੋਡਕਸ਼ਨ ਕੀਤੀ ਜਾਂਦੀ ਹੈ, ਠੀਕ ਹੈ, ਉਹਦੇ ਵਿੱਚ ਪ੍ਰੋਡਕਸ਼ਨ ਜਦੋਂ ਕੀਤੀ ਜਾਂਦੀ ਹੈ ਤਾਂ ਵਸਤੂਆਂ ਤੇ ਸੇਵਾਵਾਂ ਬਣਦੀਆਂ ਤੇ ਉਸ ਤੋਂ ਬਾਅਦ ਉਹਦਾ ਕੀ ਹੈ ਪ੍ਰਾਈਸ ਲੈਵਲ, ਪ੍ਰਾਈਸ ਆਫ ਗੁੱਡ ਐਂਡ ਸਰਵਿਸ ਤੈਅ ਕੀਤਾ ਜਾਂਦਾ, ਠੀਕ ਹੈ। ਇਹ ਵੀ ਕੀ ਆ ਮਨੀ ਦਾ ਮੁੱਖ ਕੰਮ ਆ ਵੀ ਉਹ ਪ੍ਰਾਈਸ ਲੈਵਲ ਨੂੰ ਚੈੱਕ ਕਰਦੀ ਹੈ ਵੀ ਕਿਹੜਾ ਪ੍ਰਾਈਸ ਕਿਹੜੀ ਗੁੱਡ ਦਾ ਰੱਖਿਆ ਜਾਵੇ। ਇਸ ਤੋਂ ਬਿਨਾਂ ਡਿਸਟ੍ਰੀਬਿਊਸ਼ਨ ਕਾਹਦਾ ਹੁੰਦਾ, ਆਪਾਂ ਨੂੰ ਪਤਾ ਵੀ ਫੈਕਟਰ ਆਫ ਪ੍ਰੋਡਕਸ਼ਨ ਹੁੰਦੇ ਆ ਲੈਂਡ, ਲੇਬਰ, ਕੈਪੀਟਲ, ਇੰਟਰਪ੍ਰੈਨਿਓਰ। ਡਿਸਟ੍ਰੀਬਿਊਸ਼ਨ ਮਤਲਬ ਲੈਂਡ ਦੇ ਬਦਲੇ ਰੈਂਟ ਦਿੱਤਾ ਜਾਂਦਾ, ਲੇਬਰ ਬਦਲੇ ਵੇਜਸ ਦਿੱਤੀਆਂ ਜਾਂਦੀਆਂ, ਕੈਪੀਟਲ ਬਦਲੇ ਇੰਟਰਸਟ ਦਿੱਤਾ ਜਾਂਦਾ ਤੇ ਇੰਟਰਪ੍ਰੈਨਿਓਰ ਦੇ ਬਦਲੇ ਪ੍ਰੋਫਿਟ ਦਿੱਤਾ ਜਾਂਦਾ, ਠੀਕ ਹੈ। ਇਹ ਕਿਹੜੇ ਰੂਪ ਵਿੱਚ ਦਿੱਤਾ ਜਾਂਦਾ, ਮਨੀ ਦੇ ਰੂਪ ਵਿੱਚ। ਸੋ ਡਿਸਟ੍ਰੀਬਿਊਸ਼ਨ ਵੀ ਮਨੀ ਦਾ ਮੁੱਖ ਕੰਮ ਆ। ਸੋ ਕੰਜ਼ੰਪਸ਼ਨ ਐਂਡ ਕੰਜ਼ੰਪਸ਼ਨ ਆਫ ਗੁੱਡਸ, ਠੀਕ ਹੈ, ਜਦੋਂ ਆਪਾਂ ਖਰਚ ਕਰਦੇ ਹਾਂ ਗੁੱਡਸ ਦੇ ਉਪਭੋਗ ਕਰਦੇ ਹਾਂ, ਸੈਲਿੰਗ ਕਰਦੇ ਹਾਂ, ਬਾਇੰਗ ਕਰਦੇ ਹਾਂ, ਉਹ ਵੀ ਕਿਹੜੇ ਰੂਪ ਵਿੱਚ ਕਰਦੇ ਹਾਂ, ਮਨੀ ਦੇ ਰੂਪ ਵਿੱਚ। ਸੋ ਕਹਿੰਦੇ ਇਹ ਵਾਲੀਆਂ ਜਿਹੜੀ ਇਕਨੋਮਿਕ ਐਕਟੀਵਿਟੀਜ਼ ਆ, ਠੀਕ ਹੈ, ਇਹਨਾਂ ਦੇ ਵਿੱਚ ਜਿਹੜੇ ਅੱਗੇ ਕੰਮ ਆ ਉਹ ਵੀ ਡਾਇਨਾਮਿਕ ਫੰਕਸ਼ਨ ਦੇ ਵਿੱਚ ਰੱਖੇ ਜਾਂਦੇ ਆ ਜਿਹੜੇ ਕਿ ਇਕਨੋਮੀ ਨੂੰ ਵਧਣ ਫੁੱਲਣ ਦੇ ਵਿੱਚ ਮਦਦ ਕਰਦੇ ਆ, ਠੀਕ ਹੈ। ਦੇਖੋ ਇਸ ਤੋਂ ਬਿਨਾਂ ਇਨ ਅਦਰ ਵਰਡਸ ਆਪਾਂ ਕਹਿ ਸਕਦੇ ਹਾਂ ਦੂਜ਼ ਫੰਕਸ਼ਨਸ ਵਿਚ ਕਾਜ਼ ਮੂਵਮੈਂਟਸ ਇਨ ਪ੍ਰਾਈਸ ਲੈਵਲ ਆਫ ਇਕਨੋਮਿਕ ਐਕਟੀਵਿਟੀ ਇਨ ਐਨ ਇਕਨੋਮੀ। ਕਹਿੰਦੇ ਇਸ ਤੋਂ ਬਿਨਾਂ ਕਹਿੰਦੇ ਜਿਹੜੇ ਪ੍ਰਾਈਸ ਲੈਵਲ ਪ੍ਰਭਾਵਿਤ ਹੁੰਦਾ ਆਪਣੀ ਇਕਨੋਮੀ ਦੇ ਵਿੱਚ, ਕਦੇ ਪ੍ਰਾਈਸ ਘਟ ਜਾਂਦਾ, ਕਦੇ ਪ੍ਰਾਈਸ ਵੱਧ ਜਾਂਦਾ, ਕਦੇ ਇਨਫਲੇਸ਼ਨ ਆ ਜਾਂਦੀ ਹੈ, ਠੀਕ ਹੈ। ਜਦੋਂ ਆਪਣੀ ਇਕਨੋਮੀ ਦੇ ਵਿੱਚ ਪ੍ਰਾਈਸਿਸ ਵੱਧ ਜਾਂਦੇ ਆ ਉਹਨੂੰ ਇਨਫਲੇਸ਼ਨ ਬੋਲਦੇ ਆ, ਜਦੋਂ ਪ੍ਰਾਈਸ ਘਟਦੇ ਆ ਉਹਨੂੰ ਡੀਫਲੇਸ਼ਨ ਬੋਲਦੇ ਆ, ਠੀਕ ਹੈ। ਕਹਿੰਦੇ ਇਹ ਵੀ ਕੰਮ ਕਿਹਦੇ ਆ, ਆਪਣੀ ਮਨੀ ਦੇ, ਠੀਕ ਹੈ। ਇਹ ਕੀ ਆ, ਇਹਨਾਂ ਦੁਆਰਾ ਆਪਾਂ ਨੂੰ ਪਤਾ ਕਿ ਪ੍ਰਾਈਸ ਕੀ ਆ, ਮਨੀ ਦੇ ਨਾਲ, ਠੀਕ ਹੈ। ਕਹਿੰਦੇ ਜਿਹੜੇ ਮੁਦਰਾ ਵਾ ਹਨਾ ਦੇਸ਼ ਦੇ ਵਿੱਚ ਇਨਫਲੇਸ਼ਨ ਤੇ ਡੀਫਲੇਸ਼ਨ ਦਾ ਕਾਰਨ ਬਣਦੀ ਆ। ਬਈ ਜਦੋਂ ਪ੍ਰਾਈਸ ਵੱਧ ਜਾਂਦੇ ਆਪਾਂ ਬੋਲ ਦਿੰਦੇ ਆ ਕਿ ਆਪਣੀ ਇਕਨੋਮੀ ਦੇ ਵਿੱਚ ਇਨਫਲੇਸ਼ਨ ਆ, ਜਾਂ ਜਦੋਂ ਪ੍ਰਾਈਸ ਘਟ ਜਾਂਦੇ ਆ ਤਾਂ ਆਪਾਂ ਬੋਲਦੇ ਆ ਆਪਣੀ ਇਕਨੋਮੀ ਦੇ ਵਿੱਚ ਡੀਫਲੇਸ਼ਨ ਆ, ਠੀਕ ਹੈ। ਇੱਕ ਤਾਂ ਕੀ ਹੈ ਇਹਨਾਂ ਦਾ ਕਾਰਨ ਬਣਦੀ ਹੈ। ਇਸ ਤੋਂ ਬਿਨਾਂ ਜੇ ਇਹਨਾਂ ਦੋਨਾਂ ਨੂੰ ਕੰਟਰੋਲ ਕਰਨਾ ਇਨਫਲੇਸ਼ਨ ਤੇ ਡੀਫਲੇਸ਼ਨ ਨੂੰ, ਤਾਂ ਵੀ ਕੀ ਹੈ ਮਨੀ ਹੀ ਕੰਟਰੋਲ ਕਰਦੀ ਹੈ, ਇਹਦੇ ਸੋਲੂਸ਼ਨ ਵੀ ਇਹੀ ਪ੍ਰੋਵਾਈਡ ਕਰਦੀ ਹੈ, ਠੀਕ ਹੈ। ਇਸ ਤੋਂ ਬਿਨਾਂ ਜਦੋਂ ਇਕਨੋਮੀ ਦੀ ਗਰੋਥ ਦੇ ਲਈ ਪਲਾਨਸ ਬਣਾਏ ਜਾਂਦੇ ਆ ਤਾਂ ਵਿਕਾਸ ਦੇ ਲਈ ਯੋਜਨਾ ਬਣਾਉਣ ਦੇ ਲਈ ਵੀ ਮੁਦਰਾ ਦੀ ਕੀ ਹੈ ਬਹੁਤ ਜ਼ਿਆਦਾ ਲੋੜ ਹੁੰਦੀ ਹੈ, ਠੀਕ ਹੈ। ਮਤਲਬ ਡਾਇਨਾਮਿਕ ਫੰਕਸ਼ਨਸ ਆਪਾਂ ਕਹਿ ਸਕਦੇ ਹਾਂ ਉਹ ਫੰਕਸ਼ਨਸ ਜੋ ਇਕਨੋਮਿਕ ਐਕਟੀਵਿਟੀਜ਼ ਵੱਲ ਧਿਆਨ ਦਿੰਦੇ ਆ, ਜਿਹਦੇ ਨਾਲ ਕੀ ਆ ਪਤਾ ਚੱਲਦਾ ਵੀ ਆਪਣੀ ਜਿਹੜੀ ਅਰਥ ਵਿਵਸਥਾ ਅੱਗੇ ਡਿਵੈਲਪਮੈਂਟ ਹੋ ਰਹੀ ਹੈ ਜਾਂ ਨਹੀਂ ਹੋ ਰਹੀ। ਕਲੀਅਰ। ਇਸੇ ਤਰ੍ਹਾਂ ਆਪਣੇ ਇਹ ਸਟੈਟਿਕ ਤੇ ਡਾਇਨਾਮਿਕ ਫੰਕਸ਼ਨ ਇੱਥੇ ਫਿਨਿਸ਼ ਹੋ ਜਾਂਦੇ ਆ।